ਅੱਜ ਰੈਡੀਕਲ ਡੀਸੀ ਵੱਲੋਂ ਇਕੱਤਰਤਾ ਰੱਖੀ ਗਈ ਹੈ ਸਰੀ ਦੇ ਹਾਲੈਂਡ ਪਾਰਕ ਦੇ ਵਿੱਚ। ਅੱਜ 5 ਸਤੰਬਰ ਹੈ, ਗੌਰੀ ਲੰਕੇਸ਼ ਦਾ ਸ਼ਹੀਦੀ ਦਿਹਾੜਾ। ਅੱਜ ਦੇ ਦਿਨ ਜਿਹੜੀ ਬਹਾਦਰ ਪੱਤਰਕਾਰ ਭਾਰਤ ਵਿੱਚ ਗੌਰੀ ਲੰਕੇਸ਼ ਉਸ ਨੂੰ ਕਤਲ ਕੀਤਾ ਗਿਆ ਸੀ, ਉਸ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ। ਔਰ ਸਬੱਬ ਨਾਲ ਬਰਨਬੀ ਦੀ ਜਿਹੜੀ ਮਿਊਨਿਸਪੈਲਿਟੀ ਹੈ ਉਸ ਨੇ 5 ਸਤੰਬਰ ਨੂੰ ਬਕਾਇਦਾ ਗੌਰੀ ਲੰਕੇਸ਼ ਦਿਹਾੜਾ ਐਲਾਨਿਆ। ਸੋ ਅਜਿਹਾ ਕਰਨ ਲਈ ਜਿਹੜੇ ਸਾਹਿਬ ਧਾਲੀਵਾਲ ਜਿਹੜੇ ਬਰਨਬੀ ਸਿਟੀ ਕੌਂਸਲ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਉਹਨਾਂ ਦੇ ਵਿਚਾਰ ਸੁਣਾਂਗੇ ਅਸੀਂ। ਉਹਨਾਂ ਨੂੰ ਰੈਡੀਕਲ ਡੀਸੀ ਵੱਲੋਂ ਤਗਮਾ ਦੇ ਕੇ ਸਨਮਾਨ ਕੀਤਾ ਜਾਵੇਗਾ। ਸਬੱਬ ਨਾਲ ਕੱਲ੍ਹ 6 ਸਤੰਬਰ ਹੈ ਔਰ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਉੱਘੇ ਮਨੁੱਖਿਅਤਾ ਦੇ ਜਿਹੜੇ ਕਾਰਕੁਨ ਸਨ, ਉਹਨਾਂ ਨੂੰ 1995 ਵਿੱਚ ਪੰਜਾਬ ਪੁਲਿਸ ਨੇ ਅਗਵਾ ਕਰਕੇ ਖਪਾ ਦਿੱਤਾ ਸੀ। ਪਿਛਲੇ ਸਾਲ ਬਰਨਬੀ ਸਿਟੀ ਕੌਂਸਲ ਦੀ ਸਾਬਕਾ ਜਿਹੜੀ ਸਕੂਲ ਟਰਸਟੀ ਬਲਜਿੰਦਰ ਕੌਰ ਨਾਰੰਗ, ਉਹਨਾਂ ਦੇ ਉਪਰਾਲਿਆਂ ਸਦਕਾ ਜਸਵੰਤ ਸਿੰਘ ਖਾਲੜਾ ਡੇ ਵੀ ਐਲਾਨਿਆ ਗਿਆ ਸੀਗਾ। ਅੱਜ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ। ਸੋ ਇਹਨਾਂ ਸ਼ਖਸੀਅਤਾਂ ਨੂੰ ਅਸੀਂ ਯਾਦ ਕਰਾਂਗੇ। ਨਾਲ ਦੀ ਨਾਲ ਤੁਰੰਤ ਸ਼ੁਰੂ ਵਿੱਚ 1 ਮਿੰਟ ਦਾ ਮੌਨ ਰੱਖਿਆ ਜਾਊਗਾ ਦਾਨਿਸ਼ ਸਦੀਕ ਨਾਂ ਦੇ ਫੋਟੋ ਜਰਨਲਿਸਟ ਵਾਸਤੇ, ਜਿਹੜਾ ਪਿੱਛੇ ਜੇ ਅਫਗਾਨਿਸਤਾਨ 'ਚ ਡਿਊਟੀ ਦਿੰਦਾ ਸ਼ਹੀਦ ਹੋਇਆ ਤਾਲਿਬਾਨੀ ਹਮਲੇ ਦੇ ਵਿੱਚ। ਉਸ ਤੋਂ ਵੀ ਅਸੀਂ ਯਾਦ ਕਰਾਂਗੇ। ਇਸ ਤੋਂ ਇਲਾਵਾ ਮੋਮਬੱਤੀਆਂ ਬਾਲ ਕੇ ਅਸੀਂ ਗੌਰੀ ਲੰਕੇਸ਼ ਨੂੰ ਸ਼ਰਧਾਂਜਲੀ ਅਰਪਿਤ ਕਰਾਂਗੇ। ਕੁਝ ਬੁਲਾਰੇ ਆਪਣੇ ਵਿਚਾਰ ਪ੍ਰਗਟਾਉਣਗੇ। ਸਾਡੇ ਇੱਕ ਸਾਥੀ ਕਵੀ ਨੇ ਅੰਮ੍ਰਿਤ ਦੀਵਾਨਾ ਸਾਹਿਬ, ਜਿਨ੍ਹਾਂ ਨੇ ਬੜੀ ਭਾਵਪੂਰਨ ਕਵਿਤਾ ਲਿਖੀ ਗੌਰੀ ਲੰਕੇਸ਼ ਬਾਰੇ, ਉਹ ਕਵਿਤਾ ਪੜ੍ਹਨਗੇ। ਸੋ ਇਹ ਅੱਜ ਦੀਆਂ ਜਿਹੜੀਆਂ ਨੇ ਮੁੱਖ ਸਰਗਰਮੀਆਂ। ਜਨਮ ਜੋਸ਼ੀ ਨਾਲ ਤੁਹਾਡਾ ਸਵਾਗਤ ਕਰਦੇ ਹਾਂ ਕਿ ਰੈਡੀਕਲ ਡੀਸੀ ਦੇ ਸੱਦੇ ਦੇ ਤੁਸੀਂ ਅੱਜ ਇੱਥੇ ਆਏ ਹੋ। ਇੱਕ ਬਹੁਤ ਹੀ ਬਹਾਦਰ ਪੱਤਰਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਅੱਜ 5 ਸਤੰਬਰ ਹੈ। ਅੱਜ ਦੇ ਦਿਨ 2017 ਵਿੱਚ ਗੌਰੀ ਲੰਕੇਸ਼ ਨਾਂ ਦੀ ਬਹਾਦਰ ਪੱਤਰਕਾਰ ਨੂੰ ਕਤਲ ਕੀਤਾ ਗਿਆ, ਕਿਉਂਕਿ ਇਹ ਸਰਕਾਰ ਨੂੰ ਸਵਾਲ ਕਰਦੀ ਸੀ, ਦਲੇਰੀ ਨਾਲ ਫਿਰਕਾ ਪ੍ਰਸਤੀ ਨੂੰ ਚੈਲੰਜ ਕਰਦੀ ਸੀ, ਅੰਧ ਵਿਸ਼ਵਾਸਾਂ ਨੂੰ ਚੈਲੰਜ ਕਰਦੀ ਸੀ। ਇਸ ਕਰਕੇ ਉਸ ਦਾ ਮੂੰਹ ਬੰਦ ਕੀਤਾ ਗਿਆ। ਅੱਜ ਅਸੀਂ ਉਸ ਨੂੰ ਯਾਦ ਕਰਨ ਲਈ ਇੱਥੇ ਪਹੁੰਚੇ ਹਾਂ। ਵੱਖ-ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ, ਪਰ ਸ਼ੁਰੂ ਦੇ ਵਿੱਚ ਅਸੀਂ ਦਾਨਿਸ਼ ਸਦੀਕ ਨਾਂ ਦੇ ਪੱਤਰਕਾਰ ਦੀ ਯਾਦ ਵਿੱਚ 1 ਮਿੰਟ ਦਾ ਮੌਨ ਰੱਖਾਂਗੇ, ਜਿਹੜਾ ਪਿੱਛੇ ਜੇ ਅਫਗਾਨਿਸਤਾਨ ਵਿੱਚ ਡਿਊਟੀ ਦਿੰਦਾ ਸ਼ਹੀਦ ਹੋਇਆ। ਦਾਨਿਸ਼ ਸਦੀਕ ਵਾਸਤੇ 1 ਮਿੰਟ ਦਾ ਮੌਨ, ਉਸ ਤੋਂ ਬਾਅਦ ਅਗਲੀ ਕਾਰਵਾਈ। What I said in Punjabi. We held a moment of silence for Danish Siddique, a photojournalist who recently got killed in Afghanistan in the line of his duty. So we wanted to pay our respect to him. And there's an interesting coincidence with what happened after Danish Siddique's death and after the death of Gauri Lankesh. In both cases, the Hindu right tried to malign these people on social media. Gauri Lankesh was maligned. Some bad word was used for her, and some of the people who did that are being followed by Narendra Modi on Twitter. Similarly, when Danish Siddique got killed, he was maligned in his death because he was doing his duty. He covered the farmers' protest. He covered the CAA protest, and that's why Hindu right actually rejoiced his death. Can you imagine? We in our culture always teach our kids, you know what? Even if your enemy dies, never celebrate. But this government, they know no boundaries about civilization, about culture, about anything. So ਸਾਡੇ ਸੰਸਕਾਰਾਂ ਵਿੱਚ ਅਸੀਂ ਸਿੱਖਿਆ ਕਿ ਦੁਸ਼ਮਣ ਦੇ ਮਰੇ ਤੇ ਵੀ ਖੁਸ਼ੀ ਨਾ ਕਰੋ, ਪਰ ਇਹ ਸੜੀ ਹੋਈ ਸਰਕਾਰ, ਉਹਦੇ ਜਿਹੜੇ ਗੁਮਾਸ਼ਤੇ, ਉਹਨਾਂ ਨੇ ਗੌਰੀ ਲੰਕੇਸ਼ ਦੇ ਮਰੇ ਤੇ ਵੀ ਬਾਗੀਆਂ ਪਾਈਆਂ, ਦਾਨਿਸ਼ ਸਦੀਕ ਦੇ ਮਰੇ ਤੇ ਵੀ ਬਾਗੀਆਂ ਪਾਈਆਂ। ਇਸ ਤੋਂ ਵੱਡੀ ਫਿੱਟ ਲਾਉਣ ਦੀ ਗੱਲ ਹੋਰ ਕਿਹੜੀ ਹੋ ਸਕਦੀ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਅਸੀਂ ਅੰਮ੍ਰਿਤ ਦੀਵਾਨਾ ਸਾਹਿਬ ਦੀ ਕਵਿਤਾ ਤੋਂ, ਜਿਹੜੇ ਸਾਡੇ ਸਾਥੀ ਨੇ। ਗੌਰੀ ਲੰਕੇਸ਼ ਨੂੰ ਸਮਰਪਿਤ ਕਵਿਤਾ ਉਹਨਾਂ ਨੇ ਲਿਖੀ ਹੈ। ਸਾਥੀਓ, ਅੱਜ ਇੱਥੇ ਅਸੀਂ ਗੌਰੀ ਲੰਕੇਸ਼ ਨੂੰ ਯਾਦ ਕਰਦੇ ਹਾਂ। ਉੱਥੇ ਹੀ ਅਸੀਂ ਇੰਸਤਾਬੁਲ ਵਿਖੇ ਇਬਰੂ ਫਾਤਮਾ ਨੂੰ ਵੀ ਯਾਦ ਕਰਦੇ ਹਾਂ, ਜਿਹੜਾ ਨੇ 238 ਦਿਨ ਦੀ ਹੜਤਾਲ ਕਰਕੇ ਆਪਣੀ ਜਾਨ ਦੀ ਆਹੁਤੀ ਦੇ ਦਿੱਤੀ ਮਨੁੱਖੀ ਅਧਿਕਾਰਾਂ ਲਈ। ਸੋ ਇੱਥੇ ਗੌਰੀ ਲੰਕੇਸ਼ ਦਾ ਜਿਹੜਾ ਸਰਕਾਰੀ ਗੁੰਡਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਉਹਨਾਂ ਦੀ ਯਾਦ ਵਿੱਚ ਨਜ਼ਮ ਹੈ। ਨਜ਼ਮ ਦਾ ਸਿਰਲੇਖ ਹੈ ਜੀ, ਰੋਸ਼ਨੀ ਦੀ ਸ਼ਹਾਦਤ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ। ਅੰਧਕਾਰ ਦੇ ਫੈਲੇ ਜੰਗਲ ਨੇ ਇੱਕ ਰੋਸ਼ਨੀ ਨਿਗਲ ਲਈ।
ਇਹ ਗਲੈਲੀਓ ਖਾਨਦਾਨ ਦੀ ਪੁੱਤਰੀ ਹੈ। ਦੋਸ਼ ਇਸ ਦਾ ਬਸ ਸਵੇ ਅਵਿਅਕਤੀ ਹੈ। ਮੰਨਦੀ ਨਹੀਂ ਕਿ ਸੂਰਜ ਘੁੰਮਦਾ ਹੈ ਤੇ ਧਰਤੀ ਸ਼ੇਸ਼ਨਾਗ ਦੇ ਫਨ ਤੇ ਖੜੀ ਹੈ। ਨਾ ਹੀ ਇਹ ਰੱਬੀ ਦੇਣ ਵਰਨ ਵਿਵਸਥਾ ਨੂੰ ਮੰਨੇ। ਨਿੱਕੀ ਜਿਹੀ ਕਾਨੀ ਲੈ ਕੇ ਪ੍ਰਾਤਨ ਵਿਸ਼ਵਾਸਾਂ ਨੂੰ ਭੰਨੇ। ਅਸਹਿਮਤੀ ਦੀਏ ਬਣੇ ਹਮੈਤਣ ਸ਼ਾਸਤਰਾਂ ਦੇ ਪਾੜੇ ਪੰਨੇ। ਅੰਧਕਾਰ ਦਾ ਫੈਲਿਆ ਜੰਗਲ ਫਿਰ ਵੀ ਚਿੰਤਤ ਹੈ। ਅੰਧਕਾਰ ਦਾ ਫੈਲਿਆ ਜੰਗਲ ਫਿਰ ਵੀ ਚਿੰਤਤ ਹੈ। ਫਿਰ ਕੋਈ ਨਵੀਂ ਰੋਸ਼ਨੀ ਚਮਕ ਪੈਂਦੀ ਹੈ ਕਿ ਸਾਡੇ ਖੌਫ 'ਚ ਕੋਈ ਕਮੀ ਹੈ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ। ਅੰਧਕਾਰ ਦੇ ਫੈਲੇ ਜੰਗਲ ਨੇ ਇੱਕ ਰੋਸ਼ਨੀ ਨਿਗਲ ਲਈ ਹੈ। ਇੱਕ ਰੋਸ਼ਨੀ ਨਿਗਲ ਲਈ। ਐਨੀ ਹੋਣਾ ਸਾਡੀ ਬਹੁਤ ਦ੍ਰਿੜ ਇਰਾਦੇ ਵਾਲੀ ਸਾਥੀ ਆਪਣੇ ਵਿਚਾਰ ਦੱਸੇਗੀ। ਔਰ ਉਸ ਤੋਂ ਬਾਅਦ ਦੋ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ। ਸਾਹਿਬ ਧਾਲੀਵਾਲ ਸਾਹਿਬ ਜਿਹੜੇ ਕਿ ਬਰਨਬੀ ਤੋਂ ਸਿਟੀ ਕੌਂਸਲਰ ਨੇ, ਬਲਜਿੰਦਰ ਕੌਰ ਨਾਰੰਗ ਜੀ ਜਿਹੜੇ ਕਿ ਬਰਨਬੀ ਤੋਂ ਹੀ ਸਾਬਕਾ ਸਕੂਲ ਟਰਸਟੀ ਨੇ। ਗੌਰੀ ਲੰਕੇਸ਼ ਨੂੰ ਸਮਰਪਿਤ ਇੱਕ ਐਲਾਨਨਾਮਾ ਬਰਨਬੀ ਸਿਟੀ ਕੌਂਸਲ ਨੇ ਜਾਰੀ ਕੀਤਾ ਹੈ। 5 ਸਤੰਬਰ ਨੂੰ ਗੌਰੀ ਲੰਕੇਸ਼ ਡੇ ਐਲਾਨਿਆ ਗਿਆ। ਰੈਡੀਕਲ ਦੇਸੀ ਵੱਲੋਂ ਬੇਨਤੀ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕਰਦੇ ਹੋਏ ਬਰਨਬੀ ਦੇ ਮੇਅਰ ਮਾਈਕ ਹਰਲੀ ਸਾਹਿਬ ਨੇ ਉਸ ਐਲਾਨਨਾਮੇ 'ਤੇ ਦਸਤਖਤ ਕੀਤੇ ਨੇ ਔਰ ਮੋਹਰੀ ਭੂਮਿਕਾ ਜਿਹੜੀ ਸੀ ਸਾਹਿਬ ਧਾਲੀਵਾਲ ਨੇ ਅਦਾ ਕੀਤੀ। ਅਸੀਂ ਅੱਜ ਉਹਨਾਂ ਨੂੰ ਵੀ ਸਨਮਾਨ ਚਿੰਨ੍ਹ ਦੇਵਾਂਗੇ ਛੋਟਾ ਜਿਹਾ। ਉਸ ਤੋਂ ਬਾਅਦ ਬਲਜਿੰਦਰ ਕੌਰ ਨਾਰੰਗ ਜੀ ਦੀ ਦੇਣ ਇਹ ਹੈ ਕਿ ਪਿਛਲੇ ਸਾਲ ਜਸਵੰਤ ਸਿੰਘ ਖਾਲੜਾ ਡੇ ਐਲਾਨਿਆ ਗਿਆ ਸੀ। ਪੰਜਾਬ ਦੇ ਉੱਘੇ ਮਨੁੱਖਤਾ ਦੇ ਕਾਰਕੁਨ ਸੀ। ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਜਸਵੰਤ ਸਿੰਘ ਡੇ ਖਾਲੜਾ ਡੇ ਕਰਾਰ ਦਿੱਤਾ ਗਿਆ। ਸਬਬ ਨਾਲ ਕੱਲ੍ਹ 6 ਸਤੰਬਰ ਹੈ, ਕੱਲ੍ਹ ਦੇ ਦਿਨ ਉਹਨਾਂ ਨੂੰ 1995 'ਚ ਅਗਵਾ ਕੀਤਾ ਗਿਆ ਸੀ। ਸੋ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਤੇ ਨਾਲ ਦੀ ਨਾਲ ਬਲਜਿੰਦਰ ਕੌਰ ਨਾਰੰਗ ਜੀ ਨੂੰ ਵੀ ਅਸੀਂ ਛੋਟਾ ਜਿਹਾ ਸਨਮਾਨ ਚਿੰਨ੍ਹ ਦੇਵਾਂਗੇ ਆਪਣੇ ਵੱਲੋਂ, ਕਿਉਂਕਿ ਇਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਪਿਛਲੇ ਸਾਲ ਬਰਨਬੀ ਸਿਟੀ ਕੌਂਸਲ ਨੇ ਜਸਵੰਤ ਸਿੰਘ ਖਾਲੜਾ ਡੇ ਘੋਸ਼ਿਤ ਕੀਤਾ ਸੀ। ਸੋ ਐਨੀ ਹੋਣਾ ਦਾ ਵਿਚਾਰ ਸੁਣਦੇ ਹਾਂ। ਉਸ ਤੋਂ ਬਾਅਦ ਇਹਨਾਂ ਦੋ ਸ਼ਖਸੀਅਤਾਂ ਨੂੰ ਮੈਡਲ ਦੇਣ ਦੀ ਛੋਟੀ ਜਿਹੀ ਕਾਰਵਾਈ। Territories, the unsurrendered territories, the Kwantlen, the Katsi, the Semi-Amu, the Kite, all within the larger reality of Coast Salish territories. I think we have to be very mindful, as you were speaking, that the brutality of what it means to demonize media, to murder and assassinate journalists. We're seeing this brutality all over. And I tie in like the anti-vaxxer, anti-masker, the events around the Indian farmers' protest, Kashmir, Afghanistan, so many different realities that are really coming together. And in my mind, this reality that we are really going down this road to fascism. There's that list of 14 that always stands in my mind as a teacher of teaching what are the warning signs. And yet again, here we are. I'm honestly getting sick and tired of having to, see all these red flags go up and people not having their eyes as open as they need to be. So we need heroes. We need people that speak out. We need people that, whether they have a title or not, are willing to take actions, are willing to speak out, even at the risk of death, even at the risk of being maligned, in whatever means that it occurs. I think we have to keep doing that work because the Modis of the world are not going to stop. The Modis of the world think they have the upper hand, but in fact they don't. So in honor of all these lost lives, in honor of those that continue to risk their lives, I know, speaking as a teacher, speaking as someone that thinks about lived experience and oppression and what that looks like on a day-to-day basis, we need to make sure that we support these individuals and hopefully that we can support them before their death, before their murder, because certainly I think that this is lonely work, and it pains me whenever Gurpreet reaches out that yet again it has to be something negative. I really hope for the day we can turn this around and not be always on that brutal edge of those red flags of fascism. Thank you. Thank you, Annie. Now we'll request Annie to please present Radical Desi Medal of Courage on our behalf to Mr. Saif Dhaliwal, and also one to Baljinder Kaur Narang, because Annie is a past recipient of this medal, so we want her to give them away this time. You probably can do it yourself, yeah. COVID safety, yeah. Very much. You're a little smaller, so I can do yours, yeah. Thank you. So ਹੁਣ ਮੈਂ ਬੇਨਤੀ ਕਰੂੰਗਾ ਸਾਹਿਬ ਧਾਲੀਵਾਲ ਸਾਹਿਬ ਨੂੰ ਕਿ ਦੋ ਸ਼ਬਦ ਕਹਿਣ। Very Gurpreet Singh. Thank you very much, everyone, for being here today.
I'm very pleased to be part of this recognition to Gauri Lankesh, who lost her life fighting for freedom. Media freedom is so important for democracies, particularly when we feel that human rights depend on basically having media highlighting the atrocity that happens around the world. It's important for local governments, particularly like where I come from, to have availability of media. We don't have the ability to do all the analysis, but we do rely on media so much on providing the information, doing some analysis, so we can do our work better. But for the public, it's also important that media provide the similar information so they can make their decisions whether how the governments are performing. They can take them to account, and also not only just the government, but it could be businesses and also the society in some cases as well. It's important for people to recognize that unless there's a voice, unless there's a free and a clear way to express, for people to see what's happening, what's not happening correctly, then you can't really function as a free society. I am pleased to see that Government of Canada has been really active in trying to make sure that internationally and locally that the freedom of press is preserved. I know they have taken measure at the United Nations as well as the United Nations Human Rights Council and provided some funding to the International Federation of Journalists to make sure that they can have some defense fund to protect what the journalists are. Journalists are attacked right throughout the world. I understand from reading reports that there at least 60 journalists were killed in 2020. And this is a form of intimidation. This is a form of basically pushing people to get away from doing their job. And not only the journalists, they're doing it to people in such a way that even the general public who would be otherwise whistleblowers, they are not doing this one. So it is basically suppressing the ability for people to express freely. So, and when any time there's something like this happens, it's our job to make sure that we acknowledge the work that people have done, and also that the justice that's required. So the city's part in this proclamation was very small, and mine was even nothing, because I think it's the mayor who does this work. When Radical Desi approached me about this one, when Gurpreet Singh on behalf of Radical Desi approached me, I was happy to talk to the mayor of Burnaby, who ultimately decides whether the proclamation will be issued, and he was very accommodating. I thank Mayor Harley for doing this. As you know, the cities aren't in a position to do anything more than that. These are just simply moral support, and also just sometimes creating awareness. That's what the proclamation is all about. It's not the council, the resolution or anything, but certainly it's definitely on behalf of the mayor, on behalf of the citizens, mayor would issue proclamation like this, and I thank him for that. And also I'm hoping that certainly there is some awareness because of this in our city, that the city has values, city cares about freedom of the press, and city is always willing to work with its citizens to make sure that the justice and the freedom of the press is maintained. So thank you. I also hope that sooner or later that this kind of stuff does disappear from the world. Thank you. ਥੈਂਕ ਯੂ ਸਾਹਿਬ ਭਾਜੀ। ਸਾਹਿਬ ਭਾਜੀ ਨੂੰ ਇੱਕ ਗੱਲ ਦੀ ਦਾਦ ਦੇਣੀ ਬਣਦੀ ਕਿ ਇਹਨਾਂ ਦੇ ਭਗਤ ਸਿੰਘ ਦੀ ਜਦੋਂ ਜਨਮ ਸ਼ਤਾਬਦੀ ਆਈ, ਉਦੋਂ ਵੀ ਐਲਾਨਨਾਮਾ ਜਾਰੀ ਕਰਾਇਆ ਸੀਗਾ ਬਰਨਾਬੀ ਸਿਟੀ ਕੌਂਸਲ ਤੋਂ। ਅੰਬੇਦਕਰ ਸਾਹਿਬ ਲਈ ਵੀ ਕਰਾਇਆ ਸੀਗਾ, ਜਲਿਆਂਵਾਲੇ ਬਾਗ ਦੀ ਸ਼ਤਾਬਦੀ ਵੇਲੇ ਵੀ, ਗਦਰ ਪਾਰਟੀ ਦੀ ਸ਼ਤਾਬਦੀ ਵੇਲੇ ਵੀ, ਕਾਮਾਗਾਟਾ ਮਰੂ ਦੀ ਸ਼ਤਾਬਦੀ ਵੇਲੇ ਵੀ। ਸੋ ਉਸ ਦੇ ਲਈ ਜ਼ੋਰਦਾਰ ਤਾਲੀਆਂ ਦੇ ਹੱਕਦਾਰ ਨੇ। ਬਿਲਕੁਲ। ਸੋ ਹੁਣ ਅਸੀਂ ਬੇਨਤੀ ਕਰਾਂਗੇ ਬਲਜਿੰਦਰ ਕੌਰ ਦਾਨੀ ਜੀ ਨੂੰ ਆਪਣੇ ਵਿਚਾਰ ਪੇਸ਼ ਕਰਨ। Thank you so much for coming here. I too would like to acknowledge that we are gathered here on the Coast Salish Nation's first territories, and thank them for the privilege of living and working and sharing this territory with them. Today we are gathered to pay respect to the memory of two patriotic Indians who hailed from different parts of the subcontinent, but were both driven with passion and the truth.
search for the truth. They were fearless in standing up for what they believed to be right. For them, the cause was more important than their personal safety. Sadly, it's also worth noting that to almost today, they were both taken away from their families and communities 22 years apart. When we look at the life of Gauri Lankesh, an Indian journalist turned activist from Bangalore, Karnataka, she was assassinated at the age of 55 for her values. She was courageous and stood up for truth and justice and for women's rights. She challenged superstitions, religious fanaticism, and caste-based discrimination. She was a strong advocate for the freedom of the press. Did she deserve to die for upholding these values? No, she did not. But those that did not agree with her views saw her as a threat to their agenda and had to silence her forever. Gauri Lankesh's legacy is seen as extremely important. It speaks to the ethical journalism that we've gone to expect and which is so crucial that our press be allowed to do their job without feeling intimidated. Journalists provide invaluable public service to our communities, at times taking personal risks to uncover and report on the truth. Gauri and her journalist friends and colleagues have paid the ultimate price for doing their job. Inspire us to stand against oppression and inequity and fight for social justice. When we look at Jaswant Singh Ji Khalra, a Sikh, an activist, a human rights defender who hails from northern Punjab, Amritsar in particular, he was 43 when he was abducted by Punjab police, tortured and murdered because of his search for the truth. He uncovered thousands of disappearances, unlawful killings, and secret cremations of Sikhs perpetrated by Punjab police. He was a strong advocate for democracy and civil rights of people. He fought for the dignity of Sikhs and others, and he was driven by his search for the truth. But Jaswant Singh Khalra will always remain an integral part of modern Sikh history. He's a source of inspiration for those that seek social justice and seek to protect human rights for all. His legacy and work lives on in his family and Sikhs around the world that are seeking the truth that challenges and grips Punjab even today. By honoring our heroes and celebrating their legacy, we're sending a strong message to the community that if the cause is worth fighting for, you have to follow your heart, and the rest will look after itself. However, we have to know what we are fighting for and why. We have to know that our fight will benefit our community. Because fighting for the truth is always important, but it's never easy. I too want to thank Gurpreet for your leadership in this, Saab, Mike, Curly, and City of Burnaby for acknowledging and proclaiming this contribution to their community, importance of journalism, fighting for human rights. Thank you very much. ਸੋ ਸ਼ਰੇਆਮ ਸਰਕਾਰ ਪੱਖਪਾਤ ਕਰ ਰਹੀ ਹੈ। ਸਾਨੂੰ ਪੂਰਾ ਸ਼ੱਕ ਹੈ ਕਿ ਗੌਰੀ ਲੰਕੇਸ਼ ਨੂੰ ਵੀ ਸ਼ਾਇਦ ਇਨਸਾਫ ਨਾ ਮਿਲੇ ਔਰ ਉਹਨਾਂ ਲੋਕਾਂ ਦੀ ਪੁਸ਼ਤਨਾਹੀ ਸਰਕਾਰ ਕਰ ਰਹੀ ਜਿਹੜੇ ਇਸ ਕਤਲ ਵਿੱਚ ਸ਼ਾਮਲ ਨੇ। ਔਰ ਕੱਲੀ ਗੌਰੀ ਨਹੀਂ, ਹੋਰ ਬਥੇਰੇ ਲੋਕ ਨੇ। ਦਾਬੋਲਕਰ ਦੀ ਗੱਲ ਕਰ ਲਓ, ਕਲਬੁਰਗੀ ਦੀ ਗੱਲ ਕਰ ਲਓ, ਗੋਬਿੰਦ ਪਾਨਸਾਰੇ ਦੀ ਗੱਲ ਕਰ ਲਓ। ਔਰ ਜਿਹੜੀ ਸੋਚ ਨੇ ਗਾਂਧੀ ਦਾ ਕਤਲ ਕੀਤਾ ਸੀ 48 ਦੇ ਵਿੱਚ, ਇਹ ਉਹੀ ਸੋਚ ਹੈ ਜਿਸ ਨੇ ਗੌਰੀ ਲੰਕੇਸ਼ ਦੀ ਜਾਨ ਲਈ। ਸੋ ਇਹ ਤਾਕਤਾਂ ਇਸ ਵੇਲੇ ਮਜ਼ਬੂਤ ਹੋ ਚੁੱਕੀਆਂ ਮੋਦੀ ਸਰਕਾਰ ਦੇ ਹੇਠਾਂ। ਸਾਨੂੰ ਪੂਰਾ ਤੌਖਲਾ ਹੈ ਕਿ ਇਸ ਕੇਸ ਵਿੱਚ ਵੀ ਅਜਿਹਾ ਕੁਝ ਹੋ ਸਕਦਾ। ਸਾਥ ਤੇ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸਾਰਿਆਂ ਦਾ ਧੰਨਵਾਦ ਕਿ ਤੁਸੀਂ ਅੱਜ ਆਏ ਇੱਥੇ। ਮੈਂ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਆਪਣੇ ਸਾਥੀਆਂ ਵੱਲੋਂ ਗੌਰੀ ਲੰਕੇਸ਼, ਦਾਨਿਸ਼ ਸਦੀਕੀ ਤੇ ਹੋਰ ਜਿਹੜੇ ਵੀ ਲੋਕ ਇਸ ਧਰਤੀ ਤੇ
ਸੱਚ ਲਈ ਆਪਣੀ ਆਵਾਜ਼ ਬੁਲੰਦ ਕਰਦੇ ਇਸ ਦੁਨੀਆ ਤੇ ਨਹੀਂ ਰਹੇ, ਮਾਰ ਦਿੱਤੇ ਗਏ, ਸ਼ਹੀਦ ਕਰ ਦਿੱਤੇ ਗਏ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ। ਔਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਮੈਂ ਹੁਣੇ ਗੱਲਬਾਤ ਕਰਦਾ ਸੀ ਇਹਨਾਂ ਨਾਲ ਕਿ ਕਿਸ ਤਰ੍ਹਾਂ ਧਰਮ ਦੇ ਨਾਂ 'ਤੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ, ਉਹਨਾਂ ਨੂੰ ਕਿੱਦਾਂ ਆਵਾਜ਼ ਨੂੰ, ਉਸ ਕਲਮ ਦੀ ਆਵਾਜ਼ ਨੂੰ ਜਾਂ ਮੀਡੀਆ ਦੀ ਆਵਾਜ਼ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾਂਦਾ, ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ, ਔਰ ਫਿਰ ਉਹਨਾਂ ਦੇ ਕੇਸਾਂ ਦੀ ਆਪ ਉਹ ਪੁਸ਼ਤ ਪਨਾਹੀ ਕਰਦੇ ਆ। ਔਰ ਮੈਂ ਇਹ ਕਹਿੰਦਾ ਕਿ ਇਹਦੇ ਕਾਤਲਾਂ ਨੂੰ, ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ। ਇਹਨਾਂ ਸਮੇਤ ਹੋਰ ਵੀ ਜਿਹੜੇ ਅਜੇ ਬਹੁਤ ਸਾਰੇ ਲੋਕ ਜੇਲ੍ਹਾਂ 'ਚ ਸੜ ਰਹੇ ਆ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਬਾਕੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਗਾਂਧੀ ਦੇ ਕਾਤਲਾਂ ਨੂੰ, ਲੋਕਾਂ ਨੂੰ ਧਰਮ ਦੇ ਨਾਂ 'ਤੇ ਪਾੜਿਆ ਜਾ ਰਿਹਾ, ਭਾਵੇਂ ਅਫਗਾਨਿਸਤਾਨ ਆ, ਭਾਵੇਂ ਹੋਰ ਕੋਈ ਮੁਲਕ ਆ, ਖਾਸ ਕਰਕੇ ਇਹ ਭਾਰਤ ਵਿੱਚ ਜਿੱਥੇ ਆਪਣੇ RSS ਦੀ ਆਈਡੀਓਲੋਜੀ ਨੇ ਬੁਰੀ ਤਰ੍ਹਾਂ ਲੋਕਾਂ ਨੂੰ, ਇਹ ਕਹਿੰਦੇ ਬਾਹਰਲੀਆਂ ਸ਼ਕਤੀਆਂ ਦੇਸ਼ ਨੂੰ ਪਾੜਦੀਆਂ, ਇਹਨਾਂ ਦੇ ਹੁੰਦਿਆਂ ਕਿਸੇ ਹੋਰ ਸ਼ਕਤੀ ਦੀ ਲੋੜ ਹੀ ਨਹੀਂ। ਇਹ ਖੁਦ ਦੇਸ਼ ਦਾ ਜਿਹੜਾ ਫੈਬਰਿਕ ਆ, ਸੋਸ਼ਲ ਫੈਬਰਿਕ ਆ, ਉਹਨੂੰ ਇਹ ਲੀਰੋ ਲੀਰ ਕਰ ਰਿਹਾ। ਮੈਨੂੰ ਮੌਕਾ ਮਿਲਿਆ ਅੰਡੇਮਾਨ ਪੋਰਟ ਬਲੇਅਰ ਜੇਲ੍ਹ ਜਾਣ ਦਾ, ਬਹੁਤ ਸਾਰੇ ਦੇਸ਼ ਭਗਤ ਉੱਥੇ ਫਾਂਸੀ ਹੋਏ, ਪਰ ਜਿਹੜਾ ਉੱਥੇ ਲਾਈਟ ਐਂਡ ਸਾਊਂਡ ਸ਼ੋਅ ਆ ਉਹਦੇ ਵਿੱਚ ਸਿਰਫ ਇੱਕੋ ਬੰਦੇ ਦੇ ਕਮਰੇ ਦੀ ਦਿਖਾਇਆ ਜਾਂਦਾ, ਉਹ ਵੀਰ ਸਾਵਰਕਰ ਕਿ ਕਮਰਾ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇੱਥੇ ਬਾਬਾ ਸੋਹਣ ਸਿੰਘ ਭਗਨੇ ਦਾ ਵੀ ਕਮਰਾ ਹੋਣਾ ਆ? ਉਹ ਕਹਿੰਦੇ ਪਤਾ ਨਹੀਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਨੂੰ ਪਤਾ, ਅਸੀਂ ਦੱਸਾਂਗੇ ਤੁਹਾਨੂੰ ਕਿੱਥੇ ਉਹਦਾ ਕਮਰਾ। ਉੱਥੇ ਉਸ ਬੰਦੇ ਨੇ ਕਈ ਪਟੀਸ਼ਨਾਂ ਕੀਤੀਆਂ, ਇੱਕੋ ਹੀ RSS ਨਾਲ ਸੰਬੰਧਿਤ ਸੀ ਬੰਦਾ, ਕਈ ਪਟੀਸ਼ਨਾਂ ਕੀਤੀਆਂ ਵੀ ਮੈਨੂੰ ਛੱਡੋ, ਅਖੀਰ ਤੇ ਅੰਗਰੇਜ਼ ਦਾ ਮੁਖਬਰ ਵੀ ਬਣ ਗਿਆ। ਉਹਦੇ ਨਾਂ ਤੇ ਪੋਰਟ ਬਲੇਅਰ ਏਅਰਪੋਰਟ ਦਾ ਵੀ ਨਾਂ ਰੱਖ ਦਿੱਤਾ ਗਿਆ। ਅਸੀਂ ਉਹਨਾਂ ਨੂੰ ਕਿਹਾ ਬਦਲੋ, ਸਾਡੀ ਉਹ ਲੜਾਈ ਆ। ਇਹੋ ਜਿਹੇ ਲੋਕ ਜਿਹੜੇ ਧਰਮ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਅੱਡ-ਅੱਡ ਰੰਗਾਂ ਦੇ ਨਾਂ 'ਤੇ ਲੋਕਾਂ ਨੂੰ ਪਾੜਦੇ ਆ, ਉਹਨਾਂ ਨੂੰ ਇਹ ਸਰਕਾਰਾਂ ਉਹਨਾਂ ਨੂੰ ਤਾਂ ਚੁੱਕਦੀਆਂ, ਤੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਖੜ੍ਹਦੇ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ। ਅੱਜ ਵੀ ਜਿਹੜੇ ਸਾਰੇ ਦੇਸ਼ 'ਚ ਮੀਡੀਆ ਖਰੀਦਿਆ ਗਿਆ, ਜਿਹੜੇ ਨਹੀਂ ਖਰੀਦਦੇ ਹੁੰਦੇ ਉਹਨਾਂ ਨੂੰ, ਜਿਹੜੇ ਇਹਨਾਂ ਦੇ ਖਿਲਾਫ ਖੜ੍ਹਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਮਾਰ ਦਿੱਤਾ ਗਿਆ ਜਾਂਦਾ ਹੈ। ਸੋ ਅਸੀਂ ਉਹਨਾਂ ਲੋਕਾਂ ਦੇ ਨਾਲ ਖੜ੍ਹੇ ਆ ਜਿਹੜੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰਦੇ ਆ। ਸੋ ਮੈਂ ਫਿਰ ਇਹਨਾਂ ਦਾਨਿਸ਼ ਸਿੱਦੀਕੀ ਤੇ ਗੌਰੀ ਲੰਕੇਸ਼ ਉਹਨਾਂ ਦੇ ਜਿਹੜੇ ਉਹਨਾਂ ਦਾ ਮਰਡਰ ਆ, ਮੈਂ ਉਹਨਾਂ ਨੂੰ ਸ਼ਹੀਦ ਕਹਿੰਦਾ, ਔਰ ਉਹਨਾਂ ਨੂੰ, ਉਹਨਾਂ ਦੇ ਕਾਤਲਾਂ ਨੂੰ, ਇਹਨਾਂ ਸਮੇਤ ਹੋਰ ਵੀ ਜਿਹੜੇ ਕਾਤਲ ਆ ਉਹ ਕਟਹਿਰੇ 'ਚ ਖੜ੍ਹੇ ਹੋਣੇ ਚਾਹੀਦੇ ਆ, ਔਰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ। ਔਰ ਮੈਂ ਗੁਰਪ੍ਰੀਤ ਹੋਣਾ ਜਿਹੜੇ ਰੈਡੀਕਲ ਦੇਸੀ ਵੱਲੋਂ ਇਹ ਤਕਰੀਬਨ ਇੱਥੇ ਉਪਰਾਲਾ ਕਰਦੇ ਰਹਿੰਦੇ ਆ, ਇਹਨਾਂ ਦਾ ਵੀ ਇਹ ਸ਼ਲਾਘਾਯੋਗ ਕਦਮ ਆ ਕਿ ਹਰ ਮੁੱਦੇ ਤੇ ਖੜ੍ਹਦੇ ਜ਼ਰੂਰ ਆ। ਧੰਨਵਾਦ ਤੁਹਾਡਾ, ਸਾਡੀ ਜਥੇਬੰਦੀ ਵੱਲੋਂ ਬਹੁਤ ਬਹੁਤ ਮਿਹਰਬਾਨੀ। So very I want to tell you, Mani, we are today also talking about the fact that people in power in Delhi right now, they belong to the same ideology that killed Gandhi in 1948. So these murders and that murder, they are all interconnected. ਤਰਾਸਦੀ ਇਸ ਗੱਲ ਦੀ ਹੈ, ਅਸੀਂ ਜਿਵੇਂ ਖਾਲੜਾ ਸਾਹਿਬ ਨੂੰ ਵੀ ਯਾਦ ਕੀਤਾ, ਪੰਜਾਬ 'ਚ ਵੀ ਇੱਕ ਦੌਰ ਚੱਲਿਆ ਜਦੋਂ ਖਾਲਿਸਤਾਨੀਆਂ ਨੇ ਕਈ ਬੁੱਧੀਜੀਵੀਆਂ ਨੇ ਕਤਲ ਕੀਤੇ, ਜਿਵੇਂ ਪਾਸ਼ ਦਾ ਕਤਲ ਕੀਤਾ, ਪੱਡੇ ਦਾ ਕਤਲ ਕੀਤਾ, ਔਰ ਅਸੀਂ ਠੋਕ ਵਜਾ ਕੇ ਉਹਨਾਂ ਕਤਲਾਂ ਦੀ ਨਿਖੇਧੀ ਕਰਦੇ ਹਾਂ। ਪਰ ਇੰਡੀਅਨ ਸਟੇਟ ਦਾ ਕਰੈਕਟਰ ਵੇਖੋ ਕਿੱਦਾਂ ਦਾ, ਜਿਨ੍ਹਾਂ ਨੇ ਉਹ ਕਤਲ ਕੀਤੇ ਉਹਨਾਂ ਦੇ ਮੁਕਾਬਲੇ ਬਣਾਏ ਗਏ, ਉਹਨਾਂ ਦੇ ਖਿਲਾਫ ਟਾਟਾ ਵੀ ਲਾਇਆ ਗਿਆ, ਕੋਟਾ ਵੀ ਲਾਇਆ ਗਿਆ, ਉਹਨਾਂ ਦੇ ਮੁਕਾਬਲੇ ਵੀ ਬਣਾਏ ਗਏ। ਪਰ ਆਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਆਹ ਕਤਲ ਕੀਤੇ, ਬਹੁਤ ਗਿਣਤੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਦਹਿਸ਼ਤਗਰਦ, ਉਹਨਾਂ ਦੀ ਸਰਕਾਰ ਪੁਸ਼ਤਨਾਈ ਕਰ ਰਹੀ ਹੈ, ਉਹਨਾਂ ਦੇ ਮੁਕਾਬਲੇ ਨਹੀਂ ਬਣਾਏ ਗਏ, ਉਹਨਾਂ ਨੂੰ ਜ਼ਮਾਨਤਾਂ ਵੀ ਮਿਲ ਰਹੀਆਂ। ਉਹ ਚਾਹੇ ਗੁਜਰਾਤ 'ਚ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡ ਲੈਣ ਜਾਂ ਜੋ ਮਰਜ਼ੀ ਕਰ ਲੈਣ। ਸੋ ਇਹ ਕਿਹੋ ਜਿਹਾ ਕਾਨੂੰਨ ਕਿ ਦੋ ਤਰੀਕੇ ਦੇ ਕਾਨੂੰਨ ਵਰਤੇ ਜਾ ਰਹੇ ਆ। ਜਦੋਂ ਘੱਟ ਗਿਣਤੀਆਂ ਤੇ ਕੁਹਾੜਾ ਚਲਾਉਣਾ ਹੁੰਦਾ ਕਾਨੂੰਨ ਵੱਖਰਾ ਆ, ਆਦੀਵਾਸੀ, ਸਿੱਖ, ਮੁਸਲਿਮ ਇਹਨਾਂ ਨਾਲ ਜੁੜੇ ਹੋਏ ਜਿਹੜੇ ਲੋਕ, ਤਹਿਰੀਕਾਂ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਬਕਾਇਦਾ ਦਹਿਸ਼ਤਗਰਦ ਜਥੇਬੰਦੀਆਂ ਉਹਨਾਂ ਨੂੰ ਕਰਾਰ ਦਿੱਤਾ ਗਿਆ, NIA ਦੀ ਲਿਸਟ ਦੇ ਵਿੱਚ ਉਹਨਾਂ ਨੂੰ ਬੈਨ ਕੀਤਾ ਗਿਆ। ਪਰ ਕਿਸੇ ਵੀ ਹਿੰਦੂਤਵੀ ਦਹਿਸ਼ਤਗਰਦ ਸੰਗਠਨ ਨੂੰ ਅਜੇ ਤੱਕ
NIA ਨੇ ਬੈਨ ਨਹੀਂ ਕੀਤਾ। RSS ਨੂੰ ਛੱਡ ਦਿਓ, ਕਿਸੇ ਗਰੁੱਪ ਨੇ ਨਹੀਂ ਕੀਤਾ। ਈਵਨ ਪਿਛਲੀ ਕਾਂਗਰਸ ਸਰਕਾਰ ਵੀ ਕੁਛ ਨਹੀਂ ਕਰ ਸਕੀ। ਤਾਂ BJP ਦਾ ਕਹਿਣਾ ਹੀ ਕੀ ਹੈ? ਸੋ ਬਿਲਕੁਲ ਸਾਫ਼ ਹਿੰਦੂਆਂ ਨੇ ਬਿਲਕੁਲ ਸਹੀ ਕਿਹਾ ਕਿ ਸਾਵਰਕਰ ਉਹ ਵਿਅਕਤੀ ਸੀ ਜਿਹਦੇ ਅੱਗੇ ਮੋਦੀ ਜਾ ਕੇ ਮੱਥੇ ਟੇਕਦਾ ਹੁੰਦਾ, ਜਿਹਦੀ ਤਸਵੀਰ ਦੇ ਅੱਗੇ ਉਹਦਾ ਗਾਂਧੀ ਹੱਤਿਆ ਕਾਂਡ 'ਚ ਨਾਂ ਸੀਗਾ। ਉਹ ਬਰੀ ਹੋ ਗਿਆ ਸੀ, ਵੱਖਰੀ ਗੱਲ ਹੈ। So Sahab Singh was talking about this guy Savarkar. ਰਿਵਾਲਵਰ ਵੀ ਉਹਦੇ ਸੀ। Yeah, and he was the mastermind behind Gandhi's murder. He was acquitted because of the want of evidence. And Modi reveres that man. What a shame. ਹੁਣ ਮੈਂ ਬੇਨਤੀ ਕਰੂੰਗਾ ਕੇਸਰ ਸਿੰਘ ਜੀ ਬਾਗੀ ਨੂੰ ਦੋ ਸ਼ਬਦ ਕਹਿਣ ਦਾ। ਤੁਸੀਂ ਇੱਥੇ ਇਕੱਠੇ ਹੋਏ ਹੋ, ਮੈਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਤੁਹਾਨੂੰ ਪਤਾ ਅੱਜ ਕੱਲ੍ਹ ਹਿੰਦੁਸਤਾਨ ਦੀ ਕੀ ਹਾਲਤ ਹੈ। ਤੁਸੀਂ ਸਾਰੇ ਭੁੱਲੇ ਨਹੀਂ ਹੋ, ਰੋਜ਼ ਖਬਰਾਂ ਸੁਣਦੇ ਹੋ, ਸਭ ਤੋਂ ਰੇਡੀਓ ਸੁਣਦੇ ਹੋ। ਸਾਡਾ ਜਿਹੜਾ ਮੀਡੀਆ ਬਕਾਊ ਹੋ ਚੁੱਕਿਆ ਸਾਰੇ ਹਿੰਦੁਸਤਾਨ ਦਾ। ਕੋਈ ਵੀ ਖਬਰ ਬਾਹਰ ਨਹੀਂ ਨਿਕਲਣ ਦਿੰਦੇ। ਕਰੋੜਾਂ 3 ਕਰੋੜ ਰੁਪਈਆ ਰੋਜ਼ ਖਰਚਾ ਕੀਤਾ ਜਾ ਰਿਹਾ। ਮੋਦੀ ਸਾਹਿਬ ਖਰਚਾ ਕਰ ਰਹੇ ਨੇ ਦੇਸ਼ ਦਾ ਮੀਡੀਆ 'ਤੇ। ਤੁਹਾਨੂੰ ਪਤਾ ਹੋਣਾ ਚਾਹੀਦਾ, ਪਹਿਲੇ ਉਹ ਪਾਦਰੀ ਸਾਹਿਬ ਪਿੱਛੇ ਮਰ ਚੁੱਕੇ ਨੇ, ਜਿਹਨੇ ਆਦੀਆਂ ਵਾਸਤੇ ਨੇ ਬਹੁਤ ਕੰਮ ਕਰਿਆ। ਇਸ ਬੀਬੀ ਨੂੰ ਵੀ ਘਰੇ ਜਾ ਕੇ ਗੋਲੀ ਮਾਰ ਦਿੱਤੀ ਗਈ। 9 ਲੱਖਾਂ ਜੀ ਜੇਲ੍ਹ 'ਚ ਨੇ। ਬੰਦੇ ਨੂੰ ਅੱਖਾਂ ਦੀ ਪ੍ਰੋਬਲਮ ਹੈ। ਪਰ ਸਾਡੇ ਦੇਸ਼ ਦੀ ਜਿਹੜੀ ਨਿੰਦੂਸ਼ੀਅਲ ਹੈ ਨਾ, ਇਹ ਵੀ ਵਿਕੀ ਹੋਈ ਆ। ਮਾਫ਼ ਕਰਨਾ, ਇਹ ਜੱਜ ਵੀ ਵਿਕ ਗਏ। ਜਿਵੇਂ ਆਪਾਂ ਨਾ ਤਰਾਜੂ ਨੇ ਸਾਨੂੰ ਇਨਸਾਫ ਦੇਣਾ, ਸਾਡਾ ਤਰਾਜੂ ਸਾਨੂੰ ਇਨਸਾਫ ਨਹੀਂ ਦਿੰਦਾ। ਇਹ ਲੋਕ ਵੀ ਵਿਕ ਚੁੱਕੇ ਨੇ। ਤੁਹਾਨੂੰ ਪਹਿਲੇ ਵੀ ਪਤਾ ਹੈ ਨੈਸ਼ਨਲ ਬਾੜੀਆਂ ਦੇ ਨਾਂ 'ਤੇ ਲੋਕਾਂ ਨੂੰ ਕਿਵੇਂ ਕਤਲ ਕੀਤਾ ਗਿਆ। ਮੈਂ ਪੜ੍ਹਦਾ ਹੁੰਦਾ ਸਕੂਲ, ਮੈਂ ਬੰਦਿਆਂ ਨੂੰ ਮਰਦੇ ਦੇਖਿਆ। ਨਹਿਰਾਂ ਨਹੀਂ ਡੁਬੋਏ ਨੇ ਬੰਦੇ। ਮੇਰੀ ਆਤਮਾ ਉਹਨਾਂ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ। ਮੇਰੇ ਸਾਹਮਣੇ ਬੰਦੇ ਨੂੰ ਨਹਿਰ ਡੁਬੋ ਕੇ ਮਰਦਾ, ਘਰਦਿਆਂ ਦਾ ਇਕੱਲਾ ਹੀ ਲੜਕਾ ਸੀ। ਹਾਲਾਂਕਿ ਉਹਦਾ ਕੋਈ ਕਸੂਰ ਨਹੀਂ ਸੀ, ਕੁਛ ਨਹੀਂ ਸੀ। ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਸਾਡਾ ਮੁਲਕ ਗੁਲਾਮੀ ਦੀ ਤਰਫ ਜਾ ਰਿਹਾ ਹੈ। ਸਾਰਾ ਮੁਲਕ ਵੇਚਿਆ ਜਾ ਰਿਹਾ ਹੈ। ਕੋਈ ਚੀਜ਼ ਨਹੀਂ। 에ਅਰਪੋਰਟ ਵੇਚਤੇ, ਬੰਦਰਗਾਹਾਂ ਵੇਚਤੀਆਂ, ਵੱਡੇ ਵੱਡੇ ਸਟੀਲ ਪਲਾਂਟ ਵੇਚਤੇ, ਵੱਡੀਆਂ ਵੱਡੀਆਂ ਫੈਕਟਰੀਆਂ ਵੇਚਤੀਆਂ। ਨਵਾਂ ਕਾਨੂੰਨ ਆ ਰਿਹਾ ਮਜ਼ਦੂਰਾਂ ਲਈ। ਤੁਹਾਡੇ ਸਾਹਮਣੇ 12 ਘੰਟੇ ਕੰਮ ਕਰਨਗੇ, 12 ਘੰਟੇ ਤਨਖਾਹ ਹੋਈ 8 ਘੰਟੇ ਦੀ ਮਿਲਣੀ ਆ। ਮਜ਼ਦੂਰਾਂ ਦੇ ਜਿਵੇਂ ਕਿਸਾਨਾਂ 'ਤੇ ਚੱਲ ਰਿਹਾ ਨਾ, ਹੁਣ ਮਜ਼ਦੂਰਾਂ 'ਤੇ ਵੀ ਆ ਰਿਹਾ 12 ਘੰਟੇ ਦਾ ਕੰਮ ਹੋਇਆ ਕਰੂ ਫੈਕਟਰੀਆਂ 'ਚ। ਸਾਰਾ ਸੰਵਿਧਾਨ ਬੰਦੀ ਕਰਤਾ। ਇਹ ਪਾਰਟੀ ਫਿਰਕੂ ਪਾਰਟੀ ਹੈ ਭਾਜਪਾ। ਇਹਦੀ ਦੇਸ਼ ਦੀ ਕੋਈ ਕੁਰਬਾਨੀ ਨਹੀਂ। ਇਤਿਹਾਸ ਪੜ੍ਹ ਲਓ, ਮੈਂ ਇਤਿਹਾਸ ਪੜ੍ਹ ਕੇ ਦੇਖਿਆ। ਹੁਣ ਇਹਨਾਂ ਨੇ ਕੀ ਕਰਿਆ? ਆ ਕਲਿਆਣ ਸਿੰਘ ਮਰੇ ਨੇ, ਮੁੱਖ ਮੰਤਰੀ ਯੂਪੀ ਦੇ। ਕੀ ਹੋਇਆ? ਤੁਹਾਡੇ ਸਾਹਮਣੇ ਹੀ ਹੈ। ਬਾਬਰੀ ਮਸਜਿਦ ਢਾਈ। ਜੇ ਬਾਬਰ ਨੇ ਉੱਥੇ ਮੰਦਰ ਦੀ ਮਸਜਿਦ ਬਣਾ ਲਈ ਤਾਂ ਇਹਨਾਂ ਨੇ ਕੀ ਕਰਿਆ? ਇਹ ਉਸ ਤੋਂ ਵੀ ਗਿਰੇ ਗੁਜਰੀ ਬੰਦੇ ਲੋਕ ਨੇ ਜਿਨ੍ਹਾਂ ਨੇ ਮਸਜਿਦ ਨੂੰ ਢਾਇਆ। ਉਹ ਕਲਿਆਣ ਸਿੰਘ ਦੇ ਉੱਤੇ ਤਿਰੰਗਾ ਝੰਡਾ ਪਾਇਆ ਜੀ, ਫੋਟੋ ਦੇਖੇ ਨਾ, ਉੱਤੇ ਆ ਭਗਵਾਂ ਝੰਡਾ ਪਾਇਆ ਜਾ ਰਿਹਾ। ਇਹ ਕੀ ਕਰ ਰਹੇ ਨੇ? ਇਹ ਨਹੀਂ ਉਲੰਘਣਾ ਕਰ ਰਹੇ ਕਾਨੂੰਨ ਦੀ। ਲੋਕਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਤਿਰੰਗੇ ਝੰਡੇ ਦਾ ਰੌਲਾ ਪਾ ਕੇ। ਤਿਰੰਗੇ ਝੰਡੇ ਦੇ ਜ਼ਿਆਦਾ ਵਫਾਦਾਰ ਨੇ ਇਹਨਾਂ ਨੂੰ ਲੋਕ, ਮਜ਼ਦੂਰ, ਕਿਸਾਨ, ਜਿੰਨੇ ਵੀ ਕਾਰਕੁਨ ਨੇ ਉਹ ਜ਼ਿਆਦਾ ਵਫਾਦਾਰ ਨੇ। ਇਸ ਕਰਕੇ ਮੁਲਕ ਨੂੰ ਜੇ ਬਚਾਉਣਾ ਤਾਂ ਕ੍ਰਾਂਤੀ ਆਊਗੀ। ਇੱਥੇ ਹੁਣ ਲਾਜ਼ਮੀ ਇਨਕਲਾਬ ਆਊਗਾ। ਮੇਰੀ ਗੱਲ ਯਾਦ ਰੱਖਣਾ, ਇਨਕਲਾਬ ਅੱਜ ਮੁਲਕ ਵੱਧ ਰਿਹਾ ਹੈ। ਇਨਕਲਾਬ ਆਏ ਬਗੈਰ ਸਾਡੇ ਮੁਲਕ ਕੋਈ ਆਪਣੀ ਆਜ਼ਾਦੀ ਨਹੀਂ ਹੈ। ਇਹ ਨੌਂ ਦੀ ਆਜ਼ਾਦੀ ਹੈ। ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮੇ, ਭਗਤ ਸਿੰਘ ਤੁਹਾਡੇ ਸਾਹਮਣੇ ਹੁਣ ਉਹਦੀ ਆਪਣੇ ਸ਼ਹੀਦ ਊਧਮ ਸਿੰਘ ਦੀ ਬਰਸੀ ਮਨਾ ਚੁੱਕੇ ਆ। ਉਹ ਜ਼ਿਲ੍ਹਿਆਂ ਵਾਲੇ ਬਾਗ 'ਚ ਕੀ ਕਰਤਾ? ਉਹ ਭਿਖਾਰੀ ਐਸੇ ਫੋਟੋ ਦਿਖਾਈ ਹੋਈ ਹੈ। ਮੈਨੂੰ ਬੜੀ ਸ਼ਰਮ ਆਈ ਦੇਖ ਕੇ। ਕੀ ਕਰ ਰਹੇ ਨੇ ਜੇ ਲੋਕਾਂ ਨੂੰ, ਮੁਲਕ ਨੂੰ ਵੰਡਿਆ ਜਾ ਰਿਹਾ ਧਰਮ ਦੇ ਨਾਂ 'ਤੇ। ਇਨਸਾਨ ਤਾਂ ਇੱਕੋ ਹੀ ਆ। ਮੇਰਾ ਹਰ ਤੁਹਾਡਾ ਲਹੂ ਇੱਕੋ ਹੀ ਆ। ਟੈਸਟ ਕਰ ਲਓ। ਕੋਈ ਵੀ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਆਪਣੇ ਆਪ ਨੂੰ ਸਿੱਖ ਸਮਝਦਾ, ਈਸਾਈ ਸਮਝਦਾ, ਸਭ ਦਾ ਇੱਕੋ ਹੀ ਰੰਗ ਦਾ ਖੂਨ ਹੈ। ਕੋਈ ਖੂਨ ਫਰਕ ਨਹੀਂ। ਇਸ ਕਰਕੇ ਸਾਰੇ ਮੁਲਕ ਦੇ ਲੋਕ, ਸਾਰੇ ਲੋਕ ਇਕੱਠੇ ਹੋਵੋ। ਇਸ ਸਰਕਾਰ ਨੂੰ ਅਸੀਂ ਚੱਲਦਾ ਕਰ ਦਈਏ। ਜਿਵੇਂ ਕਿਸਾਨਾਂ ਦੇ ਮੋਰਚੇ ਦੀ ਹਮਾਇਤ ਕਰੋ, ਇਹਨਾਂ ਨੂੰ ਚੱਲਦਾ ਕਰ ਦਈਏ। ਨਹੀਂ ਤਾਂ ਆਉਣ ਵਾਲੇ ਸਮੇਂ ਸਾਨੂੰ ਬੜੇ ਮਾੜੇ दिन देखने पैणगे। जे गेहूँ का आटा है 100 रुपए किलो बिकेगा। ये अडानी सब कुछ बेच दिया, सब कुछ बेचा जा रहा है लगातार। इनके जहाज इस्तेमाल किए इन लोगों ने पैसा लेके। आप देख लो सारे कितने इतिहास पढ़ लो, जिन्हें 10-12 बंदे भजे ने खुद इन्होंने भजाए हैं। फंड ले लिया पार्टी के लिए, करोड़ों रुपए भगा दिए, वो बाहरले मुल्कों में रौला डाल दिया। बैंकों को प्राइवेट किया जा रहा है। मतलब क्या है, जो गरीबों को कोई किसी किस्म का भी लोन न दे। इंदिरा गांधी ने तो उनको कौमीकरण किया था, ये प्राइवेट कर रहे हैं।
कितनी बड़ी बुरी हालत है। ट्रांसपोर्ट की देख लो, रेलवे भी देख लो, 50 रुपये रेलवे का प्लेटफार्म टिकट, अब 10 रुपये की है। अब इलेक्शन आ रहे हैं, किधर जा रहा है ये मुल्क? तुम्हारे सामने है जो अभी अफगानिस्तान में क्या हो रहा है, आप मेरे से ज़्यादा पढ़े लिखे देख रहे हो। 2300 करोड़ रुपया देश का वहाँ बर्बाद कर दिया। हमारा देश भूखा मर रहा है, लोगों को रोटी नहीं मिल रही, टीके नहीं मिल रहे, जो कोरोना फैला हुआ है, लोग मारे फिर ऑक्सीजन नहीं मिल रही। ये वहाँ बाहर ट्रंप के मगर जाकर पैसा लगा दिया है। हमारा मुल्क का कितना हो जा रहा है, कहाँ जा रहे हैं हम लोग? इसलिए सारे लोग इकट्ठे होवो, इस आने वाली सरकार में तो चलता करो। मैं इस करके इन्हों सारे शहीदों को श्रद्धांजलि भेंट करदा, मैं सारे नमन करदा। इन्होंने अपनी कुर्बानी दी। इस बीबी ने भी पिछले साल मैंने याद है जब गोली मारी है घर च, ये भी साढ़े एक किस्म के शहीद ने। हिंदुस्तान के चारी रीस का मैं रोज़ कार्यक्रम सुनना, एक वाजपेयी है, 3-4 पत्रकार रह गए, बाकी सब जो अपना लोकल मीडिया है ये तो सानू कुछ मिलता नहीं, तो सारा मीडिया साडा बकाऊ हो चुका है। इसलिए साडा मुल्क गुलामी की तरफ जा रहा। मैं यही कहना भी तकड़े होवो, सारा मुल्क इकट्ठा होवो। असीं सारे मुल्क के सारे जिन्हें भी बिसंदे भाई हैं, सारे भारती हैं, साडा फर्ज बनता है इस मुल्क नूं इन्हां लोकां नूं चालू करिए और बहुत वधिया आने वाली सरकार जाइए, वधे बंदे नूं अगे लियाओ। मेरी यही बेनती है मेरी सरकार। ਗੌਰੀ ਲੰਕੇਸ਼ ਦਾ ਕਤਲ ਹੋਵੇ ਜਾਂ ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਵੱਖ-ਵੱਖ ਹੋਰ ਇੰਟੈਲੈਕਚੁਅਲਸ ਦਾ ਕਤਲ ਹੋਵੇ ਜੋ ਕਿ ਸਮੇਂ ਦੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ, ਤਾਂ ਇੰਡੀਆ ਦੇ ਕੰਟੈਕਸਟ ਦੇ ਵਿੱਚ ਆਪਾਂ ਨੂੰ ਇੱਕ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਦਿਸ ਇਜ਼ ਦਾ ਵੇ ਹਾਊ ਦੇ ਰੂਲ ਇੰਡੀਆ। ਵੀ ਇਹ ਤਰੀਕਾ ਹੈ ਬੀਜੇਪੀ ਦਾ ਕੰਟਰੀ ਉੱਤੇ ਰੂਲ ਕਰਨ ਦਾ, ਜਿੱਥੇ ਕੋਈ ਲੌਜਿਕ ਨਹੀਂ, ਜਿੱਥੇ ਕੋਈ ਰਾਈਟ ਨਹੀਂਗਾ, ਡਿਸੈਂਟ ਦੀ ਕੋਈ ਵੀ ਵੋਇਸ ਹੈ, ਉਹਨੂੰ ਜਾਂ ਤਾਂ ਜੇਲ੍ਹ ਦੇ ਵਿੱਚ ਡੱਕ ਦੇਣਾ ਆ ਜਾਂ ਫਿਰ ਕਤਲ ਕਰ ਦੇਣਾ ਆ। ਜਦੋਂ ਤੋਂ ਪਾਵਰ ਦੇ ਵਿੱਚ ਆਏ ਨੇ ਉਹਨਾਂ ਨੇ ਇਹੀ ਕੀਤਾ ਆ। ਬਹੁਤ ਲੰਬੀ ਲਿਸਟ ਹੈ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਨੇ, ਚਾਹੇ DN ਸਾਈ ਬਾਬਾ ਨੇ, ਚਾਹੇ ਗੌਤਮ ਨੌਲੱਖਾ ਆ, ਚਾਹੇ ਸੁਧਾ ਭਾਰਦਵਾਜ ਹੈ, मतलब रोना विल्सन है, कितनी लंबी लिस्ट आप चक लिए। उन्होंने एको ही तरीका आ, अगर हिंदुस्तान में रहना होगा जय श्री राम कहना होगा। मतलब उसनू वख-वख समय ते ट्रेलर दिखाते हैं भी असी इदा रूल करना आ। तो गौरी लंकेश का कतल या होर जिहड़ियां एट्रोसिटीज़ ने, होर जिहड़े जुल्म ने, लोकां दी हक सच दी आवाज़ नूं बुलंद करने वाले लोकां दे उत्ते, आपां पेजेंट स्ट्रगल नूं, किसान स्ट्रगल नूं देख लीए, 6 महीने तो वध हो गए उत्थे सड़कों के उत्ते तंबू लाए बैठे किसानों नूं। पूरे भारत का अंदोलन पूरे वर्ल्ड दे विच जिहड़ा चल रहा है उन्होंने पूरे वर्ल्ड की सपोर्ट मिल रही है, पर उन्हां दे कंन ते कोई जूं नहीं सरकदी। मतलब ये इन बिन अडोल्फ हिटलर के नक्शे कदम से चलने वाले लोग ने, तो इन्हां दा इक्को ही गुरु है, वो है डंडा। तो जो तक लोगों ने डंडे चक इन्हों भजा ना दिता उस तक इन्होंने सूत नहीं आना गा। बस इन्नी गल कहनी सी, बाकी सारी गल्लां हो चुकियां ने। इनकलाब जिंदाबाद, जिंदाबाद जिंदाबाद, मोदी सरकार मुर्दाबाद, मुर्दाबाद जिंदाबाद, लोकां दा एका जिंदाबाद, जिंदाबाद जिंदाबाद, लोकां ते जुल्म ढाण वाली सरकार मुर्दाबाद, मुर्दाबाद, गौरी लंकेश अमर रहे, अमर रहे, अमर रहे, गौरी लंकेश तेरी सोच ते देंगे ठोक के, गौरी लंकेश तेरी सोच ते देंगे ठोक के। धन्यवाद। ਜਿਹੜੇ ਲੋਕ ਵੀ ਸਵਾਲ ਕਰਦੇ ਮੋਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਸਵਾਲ ਕਰਨ, ਉਹਨਾਂ ਨੂੰ ਕਹਿਣਗੇ ਇਹ ਟੁਕੜੇ ਟੁਕੜੇ ਗੈਂਗ ਦੇ ਮੈਂਬਰ ਨੇ। ਯਾਨੀ ਅਸੀਂ ਲੋਕ ਜਿਹੜੇ ਆਪਣੇ ਮੁਲਕ ਨੂੰ ਪਿਆਰ ਕਰਦੇ ਹਾਂ। ਦੇਖੋ ਮੈਂ ਬੜੀ ਖੂਬਸੂਰਤ ਗੱਲ ਦੱਸ ਲੱਗਾ, ਬੜੇ ਧਿਆਨ ਨਾਲ ਸੁਣਿਓ। ਸਾਹਿਬ ਧਾਲੀਵਾਲ ਸਾਹਿਬ ਨੇ ਪਿਛਲੇ ਸਾਲ ਆਪਣੇ ਮੈਟਰੋ ਵੈਂਕੂਵਰ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਨਸਲਵਾਦ ਦੇ ਖਿਲਾਫ, ਐਂਟੀ ਰੇਸਿਜ਼ਮ ਫੋਰਮ ਇਹਨਾਂ ਨੇ ਕਰਵਾਇਆ। ਮੈਨੂੰ ਮੌਕਾ ਦਿੱਤਾ ਉੱਥੇ ਆ ਕੇ ਆਪਣੀ ਗੱਲਾਂ ਕਹਿਣ ਦਾ। ਨਵੰਬਰ ਦਾ ਪਹਿਲਾ ਹਫਤਾ ਸੀਗਾ, ਮੈਂ ਉੱਥੇ 84 ਦੇ ਦਰ ਦੀ ਗੱਲ ਕੀਤੀ, ਮੌਜੂਦਾ ਹਾਲਾਤ ਬਾਰੇ ਗੱਲ ਕੀਤੀ। ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ ਦਾ, ਇਹਨਾਂ ਨੇ ਮੌਕਾ ਦਿੱਤਾ ਵਾਲਾ। ਉੱਥੇ ਇੱਕ ਸਿਆਣੀ ਉਮਰ ਦੀ ਗੋਰੀ ਔਰਤ ਮੈਨੂੰ ਕਹਿੰਦੀ ਹੈ, ਮੈਂ ਜਦ ਸੋਚਦਾ ਮੈਂ ਇਮੋਸ਼ਨਲ ਵੀ ਹੋਣਾ ਕਈ ਵਾਰੀ,
ਉਹ ਕਹਿੰਦੀ ਕਿ ਮੈਂ ਇੰਨੀ ਖੁਸ਼ ਹਾਂ ਕਿ ਤੂੰ ਆਪਣੇ ਮੁਲਕ ਨੂੰ ਪਿਆਰ ਹੀ ਬੜਾ ਕਰਦਾ। ਮੈਂ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕੀਤਾ ਔਰ ਉਹ ਗੋਰੀ ਔਰਤ ਮੈਨੂੰ ਇਹ ਕਹਿ ਰਹੀ ਹੈ ਕਿ ਤੂੰ ਤਾਂ ਆਪਣੇ ਮੁਲਕ ਨੂੰ ਪਿਆਰ ਹੀ ਬੜਾ ਕਰਦਾ। ਹੁਣ ਸਿਆਣਪ ਵਿੱਚ ਔਰ ਮੂਡ ਮਤ ਹੋਣ 'ਚ ਇਹ ਫਰਕ ਹੈ। ਅਸੀਂ ਉਸ ਮੁਲਕ ਨੂੰ ਪਿਆਰ ਕਰਦੇ ਹਾਂ ਤਾਂ ਕਰਕੇ ਉੱਥੇ ਦੇ ਸਿਸਟਮ ਨੂੰ ਕੁਐਸਚਨ ਕਰਦੇ ਹਾਂ। ਇੱਕ ਸਿਆਣੀ ਉਮਰ ਦੀ ਗੋਰੀ ਔਰਤ ਤੇ ਗੱਲ ਸਮਝ ਰਹੀ ਹੈ ਕੈਨੇਡਾ ਬੈਠੀ, ਪਰ ਦਿੱਲੀ ਬੈਠੇ ਲੋਕ ਨਹੀਂ ਸਮਝ ਰਹੇ। ਖਾਂਦੀ ਪੀਂਦੀ ਕਲਾਸ ਜਿਹੜੀ ਆ ਉਹ ਨਹੀਂ ਸਮਝ ਰਹੀ। ਉਹ ਉਲਟਾ ਸਾਨੂੰ ਕਹਿੰਦੀ ਕਿ ਅਸੀਂ ਉਸ ਮੁਲਕ ਦੀ ਭੰਡੀ ਕਰ ਰਹੇ ਹਾਂ ਬਾਹਰ ਰਹਿ ਕੇ। ਉਹ ਭੜੂਆਂ ਅਸੀਂ ਭੰਡੀ ਨਹੀਂ ਕਰ ਰਹੇ, ਅਸੀਂ ਤਾਂ ਮੁਲਕ ਨੂੰ ਸੁਧਾਰਨ ਦੀ ਗੱਲ ਕਰ ਰਹੇ ਹਾਂ। ਔਰ ਮੁਲਕ ਬਣਦਾ ਲੋਕਾਂ ਦੇ ਨਾਲ, ਨਾ ਕਿ ਝੰਡੇ ਨਾਲ ਜਾਂ ਤਖਤਾਂ ਦੇ ਨਾਲ। ਸੋ ਅਸਲੀ ਟੁਕੜੇ ਟੁਕੜੇ ਗੈਂਗ ਕੌਣ ਹੈ? ਉਹ ਹੈ RSS, ਜਿਹੜੀ ਲੋਕਾਂ ਨੂੰ ਵੰਡ ਰਹੀ ਹੈ। ਸੋ ਮੈਂ ਨਾਰਾ ਦਊਂਗਾ, ਟੁਕੜੇ ਟੁਕੜੇ ਗੈਂਗ ਕੌਣ? ਤੁਸੀਂ ਕਹਿਣਾ ਮੋਦੀ, ਭਾਗਵਤ, ਅਮਿਤ ਸ਼ਾਹ, ਇਹ ਤਿੰਨ ਬਿੰਬ ਨੇ ਉਸ ਮਨਹੂਸ ਸਰਕਾਰ ਦੇ। ਟੁਕੜੇ ਟੁਕੜੇ ਗੈਂਗ ਕੌਣ? ਮੋਦੀ, ਭਗਵਤ, ਅਮਿਤ ਸ਼ਾਹ। ਟੁਕੜੇ ਟੁਕੜੇ ਗੈਂਗ ਕੌਣ? ਮੋਦੀ, ਭਗਵਤ, ਅਮਿਤ ਸ਼ਾਹ। ਟੁਕੜੇ ਟੁਕੜੇ ਗੈਂਗ ਕੌਣ? ਮੋਦੀ, ਭਗਵਤ, ਅਮਿਤ ਸ਼ਾਹ। ਬਹੁਤ ਧੰਨਵਾਦ ਜੀ ਤੇਜਾ ਸ਼ਰਮਾ ਜੀ। ਗੌਰੀ ਲੰਕੇਸ਼ ਉਹ ਬਹਾਦਰ ਪੱਤਰਕਾਰ ਜਿਸ ਨੇ ਹੱਕ ਸੱਚ ਦੀ ਆਵਾਜ਼ ਉਠਾਈ, ਖਾਸ ਤੌਰ ਤੇ ਜਿਹੜਾ ਹਿੰਦੂਤਵ ਔਰ RSS ਦੇ ਜਿਹੜੇ ਇਹਨਾਂ ਦੇ ਜਿਹੜੀ ਸੁਪਰਸਟੀਸ਼ਨ ਹੈ ਜਿਹੜੀ ਉਹਦੇ ਅਗੇਂਸਟ ਬਹੁਤ ਬਹਾਦਰੀ ਨਾਲ ਆਵਾਜ਼ ਉਠਾਈ, ਪਰ ਬਦਕਿਸਮਤੀ ਨਾਲ ਉਸਨੂੰ ਇਸ ਦਾ ਖਮਿਆਜ਼ਾ ਆਪਣੀ ਜਾਨ ਦੇ ਕੇ ਜਿਹੜਾ ਉਹ ਚੁਕਾਉਣਾ ਪਿਆ। 4 ਸਾਲ ਹੋ ਗਏ, ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਔਰ ਨਾ ਹੀ ਕੋਈ ਆਸ ਆ ਮਿਲਣ ਦੀ, ਕਿਉਂਕਿ ਇਹ ਤਾਂ ਜਗ ਜ਼ਾਹਰ ਹੈ ਕਿ ਜਿਹੜਾ ਤਾਂ ਕਤਲ ਹੋਇਆ ਉਹ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਤਾਕਤਾਂ ਨੇ ਉਹਨਾਂ ਨੇ ਕੀਤਾ। ਸਾਨੂੰ ਪੂਰਾ ਯਕੀਨ ਹੈ ਕਿ ਜਿਹੜੀ ਗੌਰੀ ਲੰਕੇਸ਼ ਦੀ ਲੈਗੇਸੀ ਹੈ ਜਿਹੜੀ ਉਹ ਹਮੇਸ਼ਾ ਕਾਇਮ ਰਹੇਗੀ। ਔਰ ਮੈਂ ਅਖੀਰ ਤੇ ਸਿਟੀ ਆਫ ਬਰਨਬੀ ਦਾ ਬੜਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਉਹਨਾਂ ਦੀ ਬਲੀਦਾਨ ਨੂੰ ਆਨਰ ਕੀਤਾ ਅਤੇ ਸਤੰਬਰ 5 ਨੂੰ ਜਿਹੜਾ ਡਿਕਲੇਅਰ ਕੀਤਾ ਗੌਰੀ ਲੰਕੇਸ਼ ਡੇ। ਥੈਂਕ ਯੂ ਅਗੇਨ, ਥੈਂਕ ਯੂ। ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਚੱਲ ਕੇ ਆਉਣ ਲਈ, ਔਰ ਅਸੀਂ ਇਸੇ ਤਰ੍ਹਾਂ ਮਿਲਦੇ ਰਹਿਣਾ ਕਿਉਂਕਿ ਲੜਾਈ ਜਾਰੀ ਹੈ। ਕੰਟੀਨਿਊ ਟੂ ਮੀਟ। ਥੈਂਕ ਯੂ ਸਰ। ਰੈਡੀਕਲ ਦਸੀ ਵੱਲੋਂ ਅੱਜ ਗੌਰੀ ਲੰਕੇਸ਼ ਨੂੰ ਯਾਦ ਕੀਤਾ ਗਿਆ। ਅੱਜ 5 ਸਤੰਬਰ ਹੈ। ਅੱਜ ਦੇ ਦਿਨ 2017 'ਚ ਉਸ ਨੂੰ ਕਤਲ ਕੀਤਾ ਗਿਆ ਸੀ। ਇੱਕ ਬਹਾਦਰ ਪੱਤਰਕਾਰ ਸੀ, ਸੱਜੇ ਪੱਖੀ ਤਾਕਤ ਨੇ ਕਤਲ ਕੀਤਾ। ਅਸੀਂ ਉਸ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ, ਮੋਮਬੱਤੀਆਂ ਬਾਲੀਆਂ, ਨਾਅਰੇਬਾਜ਼ੀ ਕੀਤੀ। ਉਸ ਦੀ ਯਾਦ 'ਚ ਸਾਡੇ ਜਿਹੜੇ ਵੱਖ-ਵੱਖ ਬੁਲਾਰੇ ਸੀ ਉਹਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਨੇ। ਖਾਸ ਤੌਰ 'ਤੇ ਬਰਨਬੀ ਸਿਟੀ ਕੌਂਸਲ ਦੇ ਜਿਹੜੇ ਕੌਂਸਲਰ ਨੇ ਸਾਹਿਬ ਧਾਲੀਵਾਲ, ਜਿਨ੍ਹਾਂ ਨੇ ਐਲਾਨਨਾਮਾ ਜਾਰੀ ਕਰਵਾਇਆ ਔਰ 5 ਸਤੰਬਰ ਨੂੰ ਗੌਰੀ ਲੰਕੇਸ਼ ਡੇ ਐਲਾਨਿਆ ਗਿਆ। ਉਸ ਕਰਕੇ ਉਹਨਾਂ ਨੂੰ ਮੈਡਲ ਦੇ ਕੇ ਸਨਮਾਨ ਵੀ ਕੀਤਾ ਗਿਆ। ਬਲਜਿੰਦਰ ਕੌਰ ਨਾਰੰਗ ਉਹਨਾਂ ਦੀ ਕੋਲੀਗ, ਜਿਨ੍ਹਾਂ ਦੀ ਬਦੌਲਤ ਪਿਛਲੇ ਸਾਲ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਡੇ ਐਲਾਨਿਆ ਗਿਆ ਸੀ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸੋ ਦੋ ਸ਼ਖਸੀਅਤਾਂ ਨੂੰ ਯਾਦ ਕੀਤਾ। ਸ਼ੁਰੂ ਵਿੱਚ ਅਸੀਂ ਦਾਨਿਸ਼ ਸਦੀਕ ਨਾਂ ਦੇ ਜਿਹੜੇ ਫੋਟੋ ਜਰਨਲਿਸਟ ਨੂੰ ਯਾਦ ਕੀਤਾ, ਜਿਨ੍ਹਾਂ ਦੀ ਪਿੱਛੇ ਜੇ ਤਾਲਿਬਾਨ ਹੱਥੋਂ ਮੌਤ ਹੋਈ ਅਫਗਾਨਿਸਤਾਨ 'ਚ। ਉਹਨਾਂ ਲਈ ਅਸੀਂ 1 ਮਿੰਟ ਦਾ ਮੌਨ ਵੀ ਧਾਰਿਆ ਸੀਗਾ ਔਰ ਮੁੱਖ ਤੌਰ 'ਤੇ ਇਹੀ ਕਿਹਾ ਕਿ ਜਿਹੜਾ ਗੌਰੀ ਲੰਕੇਸ਼ ਦੇ ਹਥਿਆਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਕੋਈ ਢਿੱਲ ਨਾ ਹੋਵੇ। ਸਾਨੂੰ ਇਸ ਗੱਲ ਦੇ ਸ਼ੰਕੇ ਨੇ ਕਿ ਸਰਕਾਰ ਉਹਨਾਂ ਦੀ ਹੈ ਤੇ ਸਰਕਾਰ ਇਹੋ ਜਿਹੇ ਲੋਕਾਂ ਦੀ ਪੁਸ਼ਪਨਾਹੀ ਕਰ ਰਹੀ ਹੈ। ਕਿਧਰੇ ਇਹ ਨਾ ਹੋਵੇ ਗੌਰੀ ਲੰਕੇਸ਼ ਦਾ ਕੇਸ ਜਿਹੜਾ ਹੈ ਉਹ ਅੱਗੇ ਜਾ ਕੇ ਕਮਜ਼ੋਰ ਕਰ ਦਿੱਤਾ ਜਾਵੇ।